ਵੈਲਕਮ ਸਟੂਡੈਂਟਸ। ਅੱਜ ਆਪਾਂ ਕਲਾਸ 9 ਦੇ ਫਸਟ ਚੈਪਟਰ ਦੇ ਨੈਕਸਟ ਕੁਐਸਚਨ ਸੋਲਵ ਕਰਾਂਗੇ। ਐਕਸਰਸਾਈਜ਼ 1.2। ਫਸਟ ਕੁਐਸਚਨ ਦੇਖੋ, ਸਟੇਟ ਵੈਦਰ ਦਾ ਫੋਲੋਇੰਗ ਸਟੇਟਮੈਂਟਸ ਆਰ ਟਰੂ ਔਰ ਫਾਲਸ। ਟਰੂ ਔਰ ਫਾਲਸ ਨੇ ਚੈੱਕ ਕਰਦੇ ਆਪਾਂ। ਫਸਟ ਕੁਐਸਚਨ, ਐਵਰੀ ਇਰੈਸ਼ਨਲ ਨੰਬਰ ਇਜ਼ ਏ ਰੀਅਲ ਨੰਬਰ। ਐਵਰੀ ਇਰੈਸ਼ਨਲ ਨੰਬਰ ਇਜ਼ ਏ ਰੀਅਲ ਨੰਬਰ। ਇਹਦਾ ਆਨਸਰ ਬਣੂਗਾ ਟਰੂ, ਕਿਉਂਕਿ ਰੀਅਲ ਨੰਬਰਸ ਕੀ ਹੁੰਦੇ ਨੇ, ਜਿੰਨੇ ਵੀ ਆਪਣੇ ਨੰਬਰਸ ਹੁੰਦੇ ਨੇ, ਹੁਣ ਨੈਚੁਰਲ, ਹੋਲ, ਇੰਟੀਜ਼ਰ, ਰੈਸ਼ਨਲ, ਇਰੈਸ਼ਨਲ, ਇਹ ਸਾਰੇ ਨੰਬਰਸ ਆਪਣੇ ਰੀਅਲ ਨੰਬਰਸ ਹੀ ਹੁੰਦੇ ਨੇ। ਤਾਂ ਜਿਹੜਾ ਵੀ ਕੋਈ ਮਰਜ਼ੀ ਨੰਬਰ ਉਹ ਰੀਅਲ ਨੰਬਰ ਹੋਊਗਾ, ਤਾਂ ਇਰੈਸ਼ਨਲ ਨੰਬਰ ਵੀ ਰੀਅਲ ਨੰਬਰ ਹੋ ਸਕਦਾ। ਤਾਂ ਇਸ ਦਾ ਆਨਸਰ ਬਣ ਜਾਊਗਾ ਟਰੂ। ਯੈਸ, ਐਵਰੀ ਇਰੈਸ਼ਨਲ ਨੰਬਰ ਇਜ਼ ਏ ਰੀਅਲ ਨੰਬਰ। ਇਹਦਾ ਆਨਸਰ ਬਣ ਗਿਆ ਆਪਣਾ ਟਰੂ। ਠੀਕ ਹੈ। ਨੈਕਸਟ ਕੁਐਸਚਨ, every point on the number line is of the form root m where m is a natural number। ਇਹਦਾ ਮਤਲਬ ਕਿ ਨੰਬਰ ਲਾਈਨ 'ਤੇ ਕੋਈ ਵੀ ਤੁਹਾਡਾ ਪੁਆਇੰਟ ਹੋਵੇ ਕਿ ਇਸ ਹਰ ਇੱਕ ਪੁਆਇੰਟ ਨੂੰ ਤੁਸੀਂ ਰੂਟ ਐਮ ਦੀ ਫੋਰਮ ਦੇ ਵਿੱਚ ਲਿਖ ਸਕਦੇ ਹੋ। ਰੂਟ ਮਤਲਬ ਐਮ ਦਾ ਮਤਲਬ ਕੋਈ ਵੀ ਨੈਚੁਰਲ ਨੰਬਰ ਹੋ ਸਕਦਾ, 1 2 3 4 5 6, ਕੋਈ ਵੀ ਨੈਚੁਰਲ ਨੰਬਰ ਦੀ ਫੋਰਮ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਕੋਈ ਵੀ ਨੰਬਰ ਲਾਈਨ 'ਤੇ ਜੇ ਪੁਆਇੰਟ ਹੋਵੇ। ਪਹਿਲੀ ਗੱਲ, ਇਹ ਤਾਂ ਆਨਸਰ ਸਿੱਧਾ ਹੀ ਫਾਲਸ ਬਣ ਸਕਦਾ, ਕਿਉਂਕਿ ਨੰਬਰ ਲਾਈਨ ਤੁਹਾਡੇ ਕੋਲ ਨੈਗੇਟਿਵ ਹੀ ਹੁੰਦੀ ਹੈ। ਨੰਬਰ ਲਾਈਨ ਜ਼ਰੂਰੀ ਨਹੀਂ ਹੈਗਾ ਤੁਹਾਡਾ ਪੋਜ਼ੀਟਿਵ ਹੀ ਹੋਵੇ, 0 ਤੋਂ ਸਟਾਰਟ। ਨੰਬਰ ਲਾਈਨ ਤੁਹਾਡੇ ਕੋਲ ਨੈਗੇਟਿਵ ਵੀ ਹੋ ਸਕਦੀ ਹੈ। ਨੈਗੇਟਿਵ ਦੇ ਵਿੱਚ ਦੇਖੋ, ਚਾਹੇ ਤੁਸੀਂ ਪੋਜ਼ੀਟਿਵ 'ਚ ਇੱਕ ਐਗਜ਼ਾਮਪਲ ਦੇਖੋ, ਜਿਵੇਂ ਰੂਟ 2 ਦੀ ਵੈਲਿਊ ਹੁੰਦੀ ਹੈ 1.41 ਅਤੇ ਰੂਟ 3 ਦੀ ਵੈਲਿਊ ਤੁਹਾਡੇ ਕੋਲ ਹੁੰਦੀ ਹੈ 1.73। ਠੀਕ ਹੈ। ਰੂਟ 2 ਦੀ ਵੈਲਿਊ 1.41, ਰੂਟ 3 ਦੀ ਵੈਲਿਊ 1.73। ਐਗਜ਼ਾਮਪਲ ਦੇਖੋ, ਰੂਟ 2 ਦੀ ਵੈਲਿਊ ਮੰਨ ਲਓ ਤੁਹਾਡੇ ਕੋਲ ਇੱਥੇ ਆ ਅਤੇ ਰੂਟ 3 ਦੀ ਵੈਲਿਊ ਇੱਥੇ ਆ। ਇਹਨਾਂ ਦੋਨੋਂ ਵੈਲਿਊਜ਼ 'ਤੇ ਤੁਸੀਂ ਲਿਖ ਸਕਦੇ ਹੋ ਰੂਟ 2 ਦੀ ਵੈਲਿਊ ਸਮਝੋ, ਇਹ ਰੂਟ 3 ਦੀ ਵੈਲਿਊ। ਬਟ ਇਹਨਾਂ ਦੋਨੋਂ ਨੰਬਰਸ ਦੇ ਵਿਚਕਾਰ ਜੋ ਇੰਨੇ ਨੰਬਰਸ ਬਚ ਗਏ, ਬਹੁਤ ਪੁਆਇੰਟਸ ਹੁੰਦੇ ਨੇ ਦੋ ਨੰਬਰਸ ਦੇ ਵਿਚਕਾਰ ਵੀ ਬਹੁਤ ਪੁਆਇੰਟਸ ਹੋਣਗੇ। ਇਹਨਾਂ ਪੁਆਇੰਟਸ ਨੂੰ ਤੁਸੀਂ ਕਿਸੇ ਵੀ ਰੂਟ ਦੇ ਨਾਲ ਇੰਡੀਕੇਟ ਨਹੀਂ ਕਰ ਸਕਦੇ। ਠੀਕ ਹੈ। ਕਿਉਂਕਿ 1.41 ਨੂੰ ਤੁਸੀਂ ਇੰਡੀਕੇਟ ਕਰ ਦੋਗੇ, 1.73 ਨੂੰ ਕਰ ਦੋਗੇ। 1.41 ਅਤੇ 1.73 ਦੇ ਵਿੱਚ ਜੋ ਇੰਨੇ ਨੰਬਰਸ ਨੇ, ਤੁਸੀਂ ਇਸ ਨੂੰ ਕਿਸ ਨੰਬਰ ਦੇ ਨਾਲ, ਕਿਸੇ ਰੂਟ ਦੇ ਨਾਲ ਇੰਡੀਕੇਟ ਕਰੋਗੇ। ਤਾਂ ਇਸ ਤਰ੍ਹਾਂ ਦਾ ਕੋਈ ਨੰਬਰ ਨਹੀਂ ਹੋਊਗਾ, ਤਾਂ ਕਰਕੇ ਇਸ ਦਾ ਆਨਸਰ ਆ ਜਾਊਗਾ ਆਪਣਾ ਫਾਲਸ। ਠੀਕ ਹੈ। ਨੈਕਸਟ ਕੁਐਸਚਨ, ਐਵਰੀ ਰੀਅਲ ਨੰਬਰ ਇਜ਼ ਐਨ ਇਰਰੈਸ਼ਨਲ ਨੰਬਰ। ਕਹਿੰਦੇ ਕੋਈ ਵੀ ਰੀਅਲ ਨੰਬਰ ਹੋਵੇ ਉਹ ਇਰਰੈਸ਼ਨਲ ਨੰਬਰ ਹੋਊਗਾ। ਠੀਕ ਹੈ। ਇਹ ਹੋਗਾ ਤੁਹਾਡਾ ਫਾਲਸ। ਕਿਵੇਂ? ਰੀਅਲ ਨੰਬਰ ਕੋਈ ਵੀ ਚੱਕ ਲਓ ਤੁਸੀਂ, 2 ਆ ਸਮਝੋ, ਸਿੰਪਲ 2 ਤੁਹਾਡੇ ਕੋਲ ਕੀ ਆ, ਨੈਚੁਰਲ ਵੀ ਆ, ਹੋਲ ਵੀ ਆ, ਇੰਟੀਜ਼ਰ ਵੀ ਆ, ਰੈਸ਼ਨਲ ਵੀ ਆ, ਬਟ ਇਹ ਇਰਰੈਸ਼ਨਲ ਨਹੀਂ ਹੈਗਾ। ਇਰਰੈਸ਼ਨਲ ਕੀ ਹੁੰਦੇ ਨੇ? ਜੋ ਨੰਬਰ ਤੁਹਾਡੇ ਕੋਲ ਸਕੇਅਰ ਰੂਟ ਦੀ ਫੋਰਮ ਦੇ ਵਿੱਚ ਹੀ ਲਿਖੇ ਜਾਣ, ਜਿਨ੍ਹਾਂ ਦਾ ਪਰਫੈਕਟ ਰੂਟ ਨਾ ਹੋਵੇ। ਜਾਂ ਇੱਕ ਹੋਰ ਡੈਫੀਨੇਸ਼ਨ ਹੁੰਦੀ ਹੈ ਜੋ ਆਪਾਂ ਨੈਕਸਟ ਸਲਾਈਡ ਦੇ ਵਿੱਚ ਲਿਖਾਂਗੇ ਕੀ ਹੁੰਦੀ ਹੈ। ਜੋ ਨੰਬਰ ਤੁਹਾਡੇ ਕੋਲ ਪਰਫੈਕਟ ਰੂਟ ਨਾ ਬਣੇ ਉਹ ਹੁੰਦੇ ਨੇ ਤੁਹਾਡੇ ਕੋਲ ਇਰਰੈਸ਼ਨਲ ਨੰਬਰ। ਬਟ ਉਹਨਾਂ ਨੇ ਕਿਹਾ ਕੋਈ ਵੀ ਰੀਅਲ ਨੰਬਰ ਹੋਵੇ ਉਹ ਸਾਰੇ ਇਰਰੈਸ਼ਨਲ ਹੋਣਗੇ, ਤਾਂ ਇਹ ਹੋ ਜਾਊਗਾ ਆਪਣਾ ਫਾਲਸ। ਠੀਕ ਹੈ। ਨੈਕਸਟ ਕੁਐਸਚਨ, ਆਰ ਦਾ ਸਕੇਅਰ ਰੂਟਸ ਆਫ ਆਲ ਪੋਜ਼ੀਟਿਵ ਇੰਟੀਜ਼ਰਸ ਇਰਰੈਸ਼ਨਲ। ਕਿ ਜਿੰਨੇ ਵੀ ਤੁਹਾਡੇ ਕੋਲ ਸਕੇਅਰ ਰੂਟਸ ਬਣਨ ਕੋਈ ਵੀ ਪੋਜ਼ੀਟਿਵ ਇੰਟੀਜ਼ਰ ਦੇ, ਉਹ ਸਾਰੇ ਇਰਰੈਸ਼ਨਲ ਹੋਣਗੇ। ਇਫ ਨੋਟ, ਗਿਵ ਐਨ ਐਗਜ਼ਾਮਪਲ ਆਫ ਦਾ ਸਕੇਅਰ ਰੂਟ ਆਫ ਏ ਨੰਬਰ ਦੈਟ ਇਜ਼ ਏ ਰੈਸ਼ਨਲ ਨੰਬਰ। ਕਹਿੰਦੇ ਜੇ ਨਹੀਂ ਹੋਊਗਾ ਐਵੇਂ ਤਾਂ ਕੋਈ ਇੱਕ ਐਗਜ਼ਾਮਪਲ ਦੱਸੋ ਜਿਹਦੇ ਨਾਲ ਇਹ ਦੱਸੀਏ ਕਿ ਜੇ ਕਿਸੇ ਨੰਬਰ ਦੇ ਤੁਸੀਂ ਸਕੇਅਰ ਰੂਟ ਕਰਦੇ ਹੋ ਤਾਂ ਉਹ ਰੈਸ਼ਨਲ ਵੀ ਹੋ ਸਕਦਾ। ਠੀਕ ਹੈ। ਜਿਵੇਂ ਤੁਹਾਨੂੰ ਦੱਸਿਆ, ਇਰਰੈਸ਼ਨਲ ਕਿਹੜੇ ਹੁੰਦੇ? ਜਿਨ੍ਹਾਂ ਦਾ ਪਰਫੈਕਟ ਰੂਟ ਨਾ ਬਣੇ ਰੂਟ ਦੇ ਵਿੱਚ। ਠੀਕ ਹੈ। ਇੱਕ ਐਗਜ਼ਾਮਪਲ ਆਪਾਂ ਕਰੀ ਸੀ ਰੂਟ 4 ਦੀ। ਠੀਕ ਹੈ। ਰੂਟ 4 ਦਾ ਪਰਫੈਕਟ ਰੂਟ ਬਣਦਾ ਤੁਹਾਡੇ ਕੋਲ 2 ਆ, ਤਾਂ 2 ਕੀ ਹੋ ਗਿਆ ਤੁਹਾਡਾ? ਰੈਸ਼ਨਲ ਨੰਬਰ। ਅਤੇ ਇਹਦਾ ਆਨਸਰ ਦੇਖੋ ਕੀ ਬਣਿਆ, ਸਕੇਅਰ ਰੂਟ ਆਫ ਆਲ ਪੋਜ਼ੀਟਿਵ ਇੰਟੀਜ਼ਰ ਆਰ ਨੋਟ ਇਰਰੈਸ਼ਨਲ। ਕਿ ਜਿਹਦਾ ਵੀ ਮਰਜ਼ੀ ਆਪਾਂ ਸਕੇਅਰ ਰੂਟ ਕਰ ਦਈਏ ਕਿ ਉਹ ਇਰਰੈਸ਼ਨਲ ਹੋਊਗਾ, ਇਹ ਕਦੇ ਨਹੀਂ ਹੋ ਸਕਦਾ। ਫੋਰ ਐਗਜ਼ਾਮਪਲ ਲਿਖੀ ਹੋਈ ਹੈ, ਰੂਟ 4 ਇਜ਼ ਇਕੁਅਲਸ ਟੂ 2। ਰੂਟ 4 ਆਪਣਾ 2 ਦੇ ਇਕੁਅਲ ਹੁੰਦਾ, ਵਿਚ ਇਜ਼ ਰੈਸ਼ਨਲ, ਜੋ ਕਿ ਆਪਣਾ ਰੈਸ਼ਨਲ ਆ। ਠੀਕ ਹੈ। ਇਹੀ ਆਪਾਂ ਦੱਸਣਾ ਸੀ ਕਿ ਕੋਈ ਐਗਜ਼ਾਮਪਲ ਦੱਸੋ ਕਿ ਜੋ ਆਪਣਾ ਰੈਸ਼ਨਲ ਹੋਵੇ, ਤਾਂ ਆਨਸਰ ਆ ਗਿਆ ਆਪਣਾ ਰੂਟ 4। ਨੈਕਸਟ, ਇੱਕ ਹੋਰ ਡੈਫੀਨੇਸ਼ਨ ਹੁੰਦੀ ਹੈ ਆਪਣੇ ਕੋਲ ਇਰਰੈਸ਼ਨਲ ਦੀ। ਠੀਕ ਹੈ। ਡੈਸੀਮਲ ਐਕਸਪੈਂਸ਼ਨ, ਜੋ ਡੈਸੀਮਲ ਐਕਸਪੈਂਸ਼ਨ ਤੁਹਾਨੂੰ ਪਤਾ ਹੋਊਗਾ, ਪੁਆਇੰਟ ਤੋਂ ਬਾਅਦ ਜੋ ਡਿਜਿਟਸ ਬਣਦੇ ਨੇ। ਠੀਕ ਹੈ। ਕਿਸੇ ਵੀ ਦੋ ਨੰਬਰਸ ਨੂੰ ਜਦੋਂ ਤੁਸੀਂ ਡਿਵਾਈਡ ਕਰਦੇ ਹੋ, ਪੁਆਇੰਟਸ ਤੋਂ ਬਾਅਦ ਜੋ ਡਿਜਿਟਸ ਹੁੰਦੇ ਨੇ ਅਤੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਡੈਸੀਮਲਸ। ਡੈਸੀਮਲ ਦੋ ਤਰ੍ਹਾਂ ਦੇ ਹੁੰਦੇ ਨੇ, ਜਾਂ ਤਾਂ ਹੁੰਦੇ ਨੇ ਟਰਮੀਨੇਟਿੰਗ ਜਾਂ ਹੁੰਦੇ ਨੇ ਨੋਨ ਟਰਮੀਨੇਟਿੰਗ। ਟਰਮੀਨੇਟਿੰਗ ਕੀ ਹੁੰਦੇ ਨੇ? ਜੋ ਦੋ ਨੰਬਰਸ ਨੂੰ ਤੁਸੀਂ ਡਿਵਾਈਡ ਕਰੋ ਉਹਨਾਂ ਦੀ ਡੈਸੀਮਲ ਐਕਸਪੈਂਸ਼ਨ ਖਤਮ ਹੋ ਜਾਵੇ। ਐਗਜ਼ਾਮਪਲ 10/4 ਤੁਸੀਂ ਡਿਵਾਈਡ ਕਰਿਆ, ਆਨਸਰ ਆ ਗਿਆ 2.5, ਤਾਂ ਪੁਆਇੰਟ ਤੋਂ ਬਾਅਦ ਤੁਹਾਡਾ 5 ਆ ਗਿਆ। ਇਸ ਤੋਂ ਬਾਅਦ ਕੋਈ ਹੋਰ ਨੰਬਰ ਨਹੀਂ ਆਊਗਾ ਕਿਉਂਕਿ ਤੁਹਾਡਾ ਰਿਮਾਈਂਡਰ ਹੀ 0 ਬਣ ਜਾਊਗਾ। ਠੀਕ ਹੈ। ਇਹ ਹੁੰਦੀ ਹੈ ਤੁਹਾਡੇ ਕੋਲ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ। ਇੱਕ ਹੋਰ ਹੁੰਦੀ ਹੈ ਨੋਨ ਟਰਮੀਨੇਟਿੰਗ।
नॉन टर्मिनेटिंग मतलब कि तुसीं उहनूं डिवाइड करी जाओ, जिन्ना मर्जी डिवाइड करिओ अगे दी अगे वधी जाऊगा, वो कदे प्रॉपर डिवाइड नहीं होगा। जिवें कि एग्जाम्पल 10/3, 10 ਨੂੰ ਤੁਸੀਂ 3 ਨਾਲ ਡਿਵਾਈਡ ਕਰਕੇ ਦੇਖਿਓ, ਤੁਹਾਡੇ ਕੋਲ ਨੰਬਰ ਬਣੂਗਾ 3.33333। ਅੱਗੇ ਦੀ ਅੱਗੇ ਚਲੇ ਜਾਊਗਾ, ਕਦੇ ਖਤਮ ਨਹੀਂ ਹੋਊਗਾ। ਇਹ ਹੁੰਦੇ ਨੇ ਨॉन ਟਰਮੀਨੇਟਿੰਗ, ਜੋ ਕਦੇ ਖਤਮ ਨਾ ਹੋਣ। ਟਰਮੀਨੇਟਿੰਗ ਜੋ डिवाइड करके अपने को खत्म हो जाए, नॉन टर्मीनेटिंग जो खत्म ना हो। ठीक है, जे थोड़े को बन गया टर्मीनेटिंग तो तुम सीधा कह दोगे वो होंगे रैशनल नंबरस। जे थोड़े को आ जाए टर्मीनेटिंग तो तुम सीधा कह दोगे कि वो रैशनल आ। बट जे नॉन टर्मीनेटिंग आ गया तो ये नहीं कहना कि वो इररैशनल ने। ठीक है, ध्यान रखियो, जे टर्मीनेटिंग ने तो आप सीधा कह सकते हैं कि वो रैशनल नंबर ने। बट जो नॉन टर्मीनेटिंग ने वो भी दो कंडीशनस होंगे। जे एक कंडीशन वो सैटिस्फाई करूँगा फिर ही वो इररैशनल बनूगा। आप कंडीशन चैक करते हैं की है, नॉन टर्मीनेटिंग हो गया अपना कोई भी नंबर समझो, जो टर्मीनेटिंग है तो रैशनल, जो नॉन टर्मीनेटिंग है तो की होगा, रैशनल होगा या इररैशनल। आप चैक करते हैं, नॉन टर्मीनेटिंग दी भी दो कंडीशन बननगियां, रिपीटिंग, नॉन रिपीटिंग। रिपीटिंग मतलब एग्जाम्पल तुम यही देख सकते हो 10/3, 10 ਨੂੰ ਜਦੋਂ ਤੁਸੀਂ 3 ਨਾਲ ਡਿਵਾਈਡ ਕਰੋਗੇ ਤਾਂ ਆਨਸਰ ਕੀ ਬਣਿਆ ਸੀ 3.33333। ਇਹ ਤੁਹਾਡਾ ਡੈਸੀਮਲ ਰਿਪੀਟ ਹੋ ਰਿਹਾ ਸੀ, ਡੈਸੀਮਲ ਰਿਪੀਟ ਹੋ ਰਿਹਾ ਸੀ। ਜੋ ਡੈਸੀਮਲ ਰਿਪੀਟ ਹੋ ਜਾਵੇ ਉਸ ਨੂੰ ਆਪਾਂ ਕਹਿੰਦੇ ਹਾਂ ਰੈਸ਼ਨਲ ਨੰਬਰ। ਕੀ ਬਣਿਆ ਮਤਲਬ, ਜੇ ਤੁਹਾਡੇ ਕੋਲ ਨॉन ਟਰਮੀਨੇਟਿੰਗ ਵੀ ਹੋਵੇ ਅਤੇ ਰਿਪੀਟਿੰਗ ਹੋਵੇ ਤਾਂ ਕੀ ਹੁੰਦਾ, ਉਹ ਰੈਸ਼ਨਲ ਨੰਬਰ ਹੁੰਦਾ। ਬਟ ਜੇ ਨॉन ਟਰਮੀਨੇਟਿੰਗ ਤਾਂ ਹੋਵੇ बट वो नॉन रिपीटिंग भी हो, जिमें कि डिवाइड करा किसी भी दो नंबर में, पॉइंट तो बाद थोड़े डिजिट्स बन गए 3 4 5 6। ठीक है, ये वधी जान, मतलब कोई रिपीट ना करे, कोई भी वैल्यू रिपीट ना करे, कदे भी ना करे, तो होंगे ने नॉन टर्मीनेटिंग एंड नॉन रिपीटिंग। ठीक है, जे नॉन टर्मीनेटिंग तो नॉन रिपीटिंग हो तो उन्होंने कहने आप इररैशनल नंबर। तो इररैशनल नंबर आप उदों ही कहेंगे जे नॉन टर्मीनेटिंग भी हो तो नॉन रिपीटिंग भी हो, जे दोनों कंडीशन सैटिस्फाई करते हैं फिर ही होंगे वो इररैशनल नंबर। जे नॉन टर्मीनेटिंग हो बट वो रिपीटिंग आ जाए तो भी वो रैशनल ही होंगे। तो रैशनल दी दो कंडीशन हो गई, जे टर्मीनेटिंग हो गया तो रैशनल, जे नॉन टर्मीनेटिंग रिपीटिंग हो गया तो रैशनल। बट नॉन टर्मीनेटिंग तो नॉन रिपीटिंग होया फिर होगा वो इररैशनल। ठीक है, देखो आप स्टार्ट करते हैं एक्सरसाइज 1.3। 1.3 एक्सरसाइज के देखो, राइट द फॉलोइंग इन डैसीमल फॉर्म। डैसीमल फॉर्म के लिखना मतलब डिवाइड करके आप लिखना, एंड से वट काइंड ऑफ डैसीमल एक्सपेंशन ईच हैज़। तो केड़ी डैसीमल एक्सपेंशन होगी, टर्मीनेटिंग, नॉन टर्मीनेटिंग, रिपीटिंग की होगी। देखो 36 डिवाइड बाय 100, 36 डिवाइड बाय 100 ये तो सिंपल ही है, जिन्नियां जीरोज़ नीचे ने उपर तुसी उन्ने डिजिट्स छड्ड के पॉइंट लगा दो। 36 ਨੂੰ ਤੁਸੀਂ 100 ਨਾਲ डिवाइड करोगे आ गया 0.36। ठीक है, 0.36 की यह टर्मीनेटिंग है या नॉन टर्मीनेटिंग। डैसीमल से अपने खत्म हो गए तो ये हो गए टर्मीनेटिंग। तो आंसर आ गया सीधा टर्मीनेटिंग डैसीमल एक्सपेंशन। जो थोड़े तो क्वेश्चन पूछा जाता कि नंबर आ, थोड़ा आंसर बनना सी ये रैशनल नंबर आ, क्योंकि टर्मीनेटिंग किहड़े होंदे ने अपने को रैशनल। नैक्सट क्वेश्चन 1/11। 1/11 डिवाइड करके देख सकते हो, इतने कराया हुआ डिवाइड। डिवाइड करके देखोगे थोड़े को वैल्यू की बन रही है 0.090909। ये अगे दी अगे वधी जा रही है वैल्यू, अगे दी अगे वधी जा रही, कदे डिवाइड प्रॉपर नहीं होने। ये बन गई एक नॉन टर्मीनेटिंग, पहला तो वर्ड आ गया नॉन टर्मीनेटिंग। हुण देखो अपने को रिपीट किहड़ा फैक्टर हो रहा सी 090909 09 पहला आया 0.09, उस तो बाद रिपीट करना स्टार्ट करा 09 फैक्टर रिपीट हो रहा सी, तो जिहड़ा फैक्टर रिपीट हो गया आप उस ते पा दें हमेशा आप बार। ठीक है, तो ही इतने 09 के उपर लगाई गई है बार, जो वैल्यू रिपीट करनी स्टार्ट कर रही है उस पर आप बार लगा देंगे। 09 से बार लगाया मतलब रिपीट हो रही है, नॉन टर्मीनेटिंग एंड रिपीटिंग। तो वैल्यू की बन गई नॉन टर्मीनेटिंग एंड रिपीटिंग डैसीमल एक्सपेंशन। ये किस तरह के नंबर होया, ये होगा अपना रैशनल नंबर, नॉन टर्मीनेटिंग एंड रिपीटिंग। ठीक है, ये क्वेश्चन पूछा जाए रैशनल और इररैशनल तो आंसर बनना चाहिए रैशनल। नैक्सट क्वेश्चन 4 1/8। पहला तो इन्हों आप प्रॉपर कन्वर्ट करा तो 38/8 33/8 बनूगा। डिवाइड करे प्रॉपर डिवाइड करे, डिवाइड थोड़ा कराया हुआ चैक कर सकते हो। जो तुम डिवाइड करोगे तो आंसर बन गया 4.125। 4.125 आ गया, टर्मीनेट ही हो गया, तो ये बन गया टर्मीनेटिंग डैसीमल एक्सपेंशन। ठीक है, नैक्सट क्वेश्चन 313। 3 डिवाइड बाय 13। 3 ਨੂੰ ਜਦੋਂ ਤੁਸੀਂ 30 ਨਾਲ डिवाइड करोगे, डिवीजन थोड़ी करी हुई है, ਹੁਣ ਤੁਸੀਂ डिवाइड ਦੇ ਵਿੱਚ चैक करो, मेरा डिवाइड करके लिखा हुआ 0.23
769 ठीक है। ਜਦੋਂ ਤੁਸੀਂ ਇਹ ਡਿਵਾਈਡ ਕਰਿਆ ਹਜੇ ਵੀ ਮੇਰਾ ਰਿਮਾਈਂਡਰ ਬਚਿਆ ਸੀ 3। ਇਹ ਮੈਂ 3 ਤੋਂ ਬਾਅਦ ਡਿਵਾਈਡ ਕਿਉਂ ਨਹੀਂ ਕਰਿਆ ਕਿਉਂਕਿ ਕੁਐਸਚਨ ਸਟਾਰਟ ਹੀ ਆਪਾਂ 3 ਤੋਂ ਕਰਿਆ ਸੀ। ਮਤਲਬ ਹੁਣ ਦੁਬਾਰਾ ਤੁਹਾਡੇ ਕੋਲ 3 ਬਣ ਗਿਆ, ਇੱਥੋਂ ਫਿਰ ਇਹ ਸਾਰੀ ਵੈਲਿਊ ਰਿਪੀਟ ਹੋਊਗੀ। ਮਤਲਬ 9 ਤੋਂ ਬਾਅਦ ਫਿਰ ਕਿਹੜੀ ਵੈਲਿਊਜ਼ ਬਣਨਗੀਆਂ 2 3 0 7 6 9 ਇਹ ਸਾਰੀਆਂ ਵੈਲਿਊਜ਼ ਫਿਰ ਰਿਪੀਟ ਹੋਣਗੀਆਂ। ਮਤਲਬ ਕੀ ਹੋ ਗਿਆ, ਜਦੋਂ ਤੁਹਾਡੇ ਕੋਲ ਵੈਲਿਊ ਰਿਪੀਟ ਕਰਨੀ ਸਟਾਰਟ ਹੋ ਜਾਵੇ ਤਾਂ ਕੀ ਹੁੰਦਾ ਰਿਪੀਟਿੰਗ ਡੈਸੀਮਲ ਐਕਸਪੈਂਸ਼ਨ ਤੱਕ ਹੀ ਲਿਖ ਦਾਂਗੇ। ਸੋਲਵ ਕਰਕੇ ਆ ਗਿਆ ਆਪਣੇ ਕੋਲ 0.230769 230769 ਅਪ ਟੂ ਸੋ ਇਹ ਵੈਲਿਊ ਚਲੀ ਜਾਊਗੀ ਠੀਕ ਹੈ। ਹੁਣ ਇਹ ਵੈਲਿਊ ਤੋਂ ਬਾਅਦ ਰਿਪੀਟ ਹੋਈ ਤਾਂ ਆਪਾਂ ਕੀ ਲਿਖ ਦਾਂਗੇ ਟਰਮੀਨੇਟਿੰਗ ਨॉन टर्मिनेटिंग सॉरी क्योंकि अगे दी अगे चली जा रही है नॉन टर्मिनेटिंग एंड रिपीटिंग डेसिमल एक्सपेंशन ठीक है। ये बन गया थोड़ा फाइनल आंसर, तो ये भी बन गया थोड़ा रैशनल नंबर। नैक्सट क्वेश्चन 2/11 डिवाइड करें तो आ गया 0.181818 1818 चली जाऊगा, टर्मिनेट नहीं हो रहा 18 फैक्टर रिपीट होया तो 18 के उत्ते लगा देंगे बाहर, तो ये बन गया थोड़ा नॉन टर्मिनेटिंग क्योंकि खत्म नहीं होया सी, रिपीट हो रहा था नॉन टर्मिनेटिंग एंड रिपीटिंग डेसिमल एक्सपेंशन ठीक है। दिस इज़ ऑल्सो ए रैशनल नंबर। 329/400 इस क्वेश्चन का लास्ट पार्ट जो तुम इनू डिवाइड करोगे तो तुहाडे कोल वैल्यू बन गई 0.8225 0.8225 मतलब ये थोड़ा हो गया टर्मीनेट ठीक है। टर्मीनेट हो चुके हैं, रिपीट मतलब वैल्यू अगे दी अगे नहीं जा रही, टर्मीनेट हो गया तो सीधा लिख देंगे टर्मीनेटिंग डेसिमल एक्सपेंशन ठीक है। नैक्सट क्वेश्चन एक्सप्रैस द फॉलोइंग इन द फॉर्म ऑफ P/Q अपने कोल क्वेश्चन गिवन होंगे उसनों तुसी P/Q फॉर्म दे विच लिखना। P ते Q की ने अपने कोल P ते Q अपने कोल ने इंटीजर्स ते Q थोड़ा जीरो नहीं हो सकता कदे भी, डिनोमीनेटर कदे भी जीरो नहीं हो सकता। क्वेश्चन देखो तुसी 0.6 बार मेन चीज़ है इत्थे बार ठीक है। 0.6 बार नूं तुसी फ्रैक्शन की फॉर्म कन्वर्ट करना P/Q ये की करांगे 6 बार मतलब बार का मतलब होंगे जो वैल्यू रिपीट कर रही है, तुसी रिपीट कर रही है पहले लैट कर लिया कि जोड़ा भी क्वेश्चन उन्होंने एक्स देखो लैट कर लो, जी वैल्यू रिपीट कर रही है उन्होंने लिखी चलो एक्स इज़ इक्वल टू 0.6 रिपीट कर रहे थे 6666 लिख सकते जी अप टू सो ठीक है। हूँ देखो उस तो बाद देखो इस इक्वेशन आप लैट कर लिया 1 लैट कर लिया, बार अपने को किन्ने डिजिट से उपर सी, बार सी अपने को एक डिजिट के उपर सिर्फ 6 के उपर 6 के उपर बार सी, जिन्ने भी डिजिट से उपर बार हो उन्नी जीरोज़ मतलब 1 के पिछे उन्नियाँ जीरोज़ लगा के आप कर देंगे उन्होंने मल्टीप्लाई ठीक है। 1 के पिछे उन्नियाँ जीरोज़ लगा के आप कर देंगे मल्टीप्लाई, तो इतने मल्टीप्लाई करें आप 10 के नाल मल्टीप्लाई 10 ऑन बोथ साइड ठीक है। बाकी क्वेश्चन तुम जो करोगे क्लीयर हो जाएंगे। 10 ऑन बोथ साइड तुम मल्टीप्लाई करें फस्ट में एक्स में 10 ना करें तो 10x आ गया, 0.6666 ਨੂੰ ਤੁਸੀਂ 10 ਨਾ ਕਰੋਗੇ ਤਾਂ ਬਣ ਜੂਗਾ ਇੱਕ ਪੁਆਇੰਟ ਵਾਲੀ ਵੈਲਿਊ ਇੱਧਰ ਆ ਜੂਗੀ 6.666 ਇਹ ਵੈਲਿਊ ਬਣ ਜੂਗੀ। ਸਬਟਰੈਕਟ ਕਰ ਦਿਓ ਦੋਨੋਂ ਵੈਲਿਊਜ਼ ਨੇ, ਦੋਨੋਂ ਨੂੰ ਸਬਟਰੈਕਟ ਕਰਿਆ ਤਾਂ ਆ ਗਿਆ 10x ਮਾਈਨਸ x 6.666 ਮਾਈਨਸ 0.6666 ਜਦੋਂ ਤੁਸੀਂ ਦੋਨੋਂ ਨੂੰ ਮਾਈਨਸ ਕਰੋਗੇ ਤਾਂ ਵੈਲਿਊ ਬਣ ਜੂਗੀ ਇਕੱਲੀ 6। 10x ਮਾਈਨਸ x ਕਰਿਆ ਤਾਂ 9 9x ਇਕੁਅਲ ਟੂ 6 ਆ ਗਿਆ ਤਾਂ 9 ਕਰ ਦਾਂਗੇ ਆਪਾਂ ਡਿਵਾਈਡ ਤਾਂ x ਦੀ ਵੈਲਿਊ ਹੋ ਜੂਗੀ ਆਪਣੇ ਕੋਲ ਸੋਲਵ ਕਰਕੇ 2/3 ये बन गया थोड़े को फ्रैक्शन की फॉर्म के इसका आंसर। नैक्सट क्वेश्चन देखो 0.47 बार हजे भी बार एक डिजिट के उपर ही है, पहले जी भी वैल्यू के उपर बार आ उसनों आप रिपीट कर देंगे 7 के उपर बार सी तो 777 लिखता, किन्ने डिजिट के उपर बार सी सिर्फ एक के उपर तो 10 नाल मल्टीप्लाई करे एक 0 के नाल समझो मल्टीप्लाई करने तो बाद इक्वेशन बन गई, सबट्रैक्ट करता जो सबट्रैक्ट करे तो वैल्यू बन गई 9x इक्वल टू 4.3 9 थोड़ा मल्टीप्लाई सी तो करता डिवाइड 4.3 ਨੂੰ ਤੁਸੀਂ लिख सकते हो 43/10 पॉइंट तो बाद जिन्ने डिजिट से उन्नी जीरोज़ नीचे लगा दो तो 43/10 लिख सकते हैं। मल्टीप्लाई करें 9 ਤੇ 10 ਨੂੰ ਤਾਂ ਆ ਗਿਆ 90 ਤਾਂ x ਦੀ ਵੈਲਿਊ ਆ ਗਈ 43/90 ਤਾਂ 0.47 ਬਾਰ ਨੂੰ ਤੁਸੀਂ P/Q ਫਾਰਮ 'ਚ ਕਨਵਰਟ ਕਰਿਆ ਤਾਂ ਆ ਗਿਆ 43/90। ਲਾਸਟ ਕੁਐਸਚਨ x इज़ इक्वल्स टू 0.001 ਦੇ ਉੱਪਰ ਬਾਰ 0.001 ਦੇ ਉੱਪਰ ਬਾਰ ਆ। ਹੁਣ ਕਿੰਨੇ ਡਿਜਿਟਸ ਦੇ ਉੱਪਰ ਬਾਰ ਆ ਤੁਹਾਡੇ ਕੋਲ 3 ਡਿਜਿਟਸ ਦੇ ਉੱਪਰ ਬਾਰ ਆ, ਮਤਲਬ ਇਹ ਜਿਹੜਾ ਫੈਕਟਰ ਆ ਤੁਹਾਡਾ ਉਹ ਰਿਪੀਟ ਕਰ ਰਿਹਾ 001 ਦੈਨ 001 001 ਇਹ 100 ਚੱਲੀ ਜਾ ਰਿਹਾ। ਕਿੰਨੇ ਡਿਜਿਟਸ ਦੇ ਉੱਪਰ ਆਪਣੇ ਕੋਲ ਬਾਰ ਸੀ 3 ਡਿਜਿਟਸ ਦੇ ਉੱਪਰ ਬਾਰ ਸੀ ਤਾਂ ਆਪਾਂ ਮਲਟੀਪਲਾਈ ਵੀ ਕਰਿਆ ਇੱਥੇ 1000 ਦੇ ਨਾਲ, 3 ਡਿਜਿਟਸ ਦੇ ਉੱਪਰ ਬਾਰ ਸੀ ਤਾਂ ਮਲਟੀਪਲਾਈ ਕਰਿਆ 1000 ਦੇ ਨਾਲ, 1000 ਨਾਲ ਮਲਟੀਪਲਾਈ ਕਰਾਂਗੇ ਤਾਂ 3 ਡਿਜਿਟਸ ਮੂਹਰੇ 3 ਡਿਜਿਟਸ ਇੱਧਰ ਸ਼ਿਫਟ ਹੋ ਗਏ ਤਾਂ 001 ਸ਼ਿਫਟ ਹੋ ਗਏ, ਤੁਸੀਂ 1 ਵੀ ਲਿਖ ਸਕਦੇ ਹੋ ਤਾਂ ਬਣ ਗਿਆ ਆਪਣੇ ਕੋਲ ਵੈਲਿਊ 1000 x इज़ इक्वल्स टू 1.001
001 001 001 ਦੋਨਾਂ ਨੂੰ ਕਰਤਾ ਆਪਾਂ ਸਬਟਰੈਕਟ ਕਰਨ ਤੋਂ ਬਾਅਦ 1000 ਮਾਈਨਸ ਐਕਸ ਕਰਿਆ ਤਾਂ 999x, ਇਹਨਾਂ ਦੋਨਾਂ ਨੂੰ ਸਬਟਰੈਕਟ ਕਰੋਗੇ ਤਾਂ ਆ ਜਾਊਗਾ 1, ਤਾਂ 999x ਇਕੁਅਲਸ ਟੂ 1 ਆ। ਐਕਸ ਦੀ ਵੈਲਿਊ ਫਾਈਂਡ ਕਰਨੀ ਸੀ ਤਾਂ ਉੱਧਰ ਜਾ ਕੇ ਹੋ ਗਿਆ ਡਿਵਾਈਡ, ਤਾਂ ਐਕਸ ਦੀ ਵੈਲਿਊ ਆ ਗਈ 1 ਡਿਵਾਈਡਡ ਬਾਈ 999। ਇਹ ਹੋ ਗਈ ਤੁਹਾਡੇ ਕੋਲ ਕਨਵਰਟ P/Q ਫਾਰਮ ਦੇ ਵਿੱਚ। ਠੀਕ ਹੈ, ਥੈਂਕ ਯੂ ਸੋ ਮਚ।